फर्टिलिटी प्रिजर्वेशन मतलब कि ऐसी एक तकनीक ਦੇ ਰਾਹੀਂ ਆਪਾਂ ਕਪਲ ਨੂੰ ਇਵੇਂ ਹੈਲਪ ਕਰ ਰਹੇ ਹਾਂ ਕਿ ਉਹ ਫਿਊਚਰ 'ਚ ਆਪਣੀ ਖੁਦ ਦੀ ਸੰਤਾਨ ਪੈਦਾ ਕਰ ਸਕਣ। ਫਰਟੀਲਿਟੀ ਪ੍ਰਿਜ਼ਰਵੇਸ਼ਨ ਆਦਮੀਆਂ ਲਈ ਵੀ ਹੁੰਦੀ ਹੈ ਔਰ ਮਹਿਲਾਵਾਂ ਲਈ ਵੀ ਹੁੰਦੀ ਹੈ। ਇਨਫਰਟੀਲਿਟੀ ਦੇ ਵਧਣ ਦਾ ਕਾਰਨ ਸਭ ਤੋਂ ਵੱਡਾ ਕਾਰਨ ਹੈਗਾ ਉਹ ਹੈਗਾ ਸਾਡੇ ਖਾਣ ਪਾਣ 'ਚ ਚੇਂਜਿਸ, ਔਰ ਜੋ ਇੱਕ ਸੋਸ਼ਲ ਰੀਜ਼ਨ ਹੈਗਾ ਇਨਫਰਟੀਲਿਟੀ ਦਾ ਉਹ ਇਹ ਵੀ ਹੈਗਾ ਕਿ ਅੱਜ ਕੱਲ੍ਹ ਮਹਿਲਾਵਾਂ ਦੀ ਜਾਂ ਪੁਰਸ਼ਾਂ ਦੀ ਉਮਰ ਕਾफ़ी ज़्यादा लगभग 30 साल तो प्लस ही जाके वो ब्याह करते हैं और महिलावां दी एक बायोलॉजिकल क्लॉक होंदी है तो जे वो बायोलॉजिकल क्लॉक टिकलिंग करन लग गई है जिवें 35 साल तो बाद उन्हां दे अंडियां दी मात्रा और क्वालिटी काफ़ी घट होने लग जाती है तो इस करके फिर उन्होंने प्रैगनेंसी करन च दिक्कत आती है। IVF मतलब कि टेस्ट ट्यूब बेबी। टेस्ट ट्यूब बेबी च महिला नूं इंजैक्शन दे के उन्हां दे एग्स नूं वड्डा किया जाता है। ਉਹ ਐਗਸ ਨੂੰ ਫਿਰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ ਜੋ ਕਿ ਜਨਰਲ ਐਨਸਥੀਸੀਆ ਪੂਰੀ ਬੇਹੋਸ਼ੀ ਦੇ ਅੰਡਰ ਕੱਢਿਆ ਜਾਂਦਾ ਹੈ। ਕੋਈ ਚੀਰਾ ਟਾਂਕਾ ਇਹਦੇ 'ਚ ਨਹੀਂ ਲੱਗਦਾ ਔਰ ਉਨ ਐਗਸ ਨੂੰ ਹਸਬੈਂਡ ਦੇ ਸਪਰਮ ਦੇ ਨਾਲ ਮਿਲਾ ਕੇ ਇਕਸੀ ਕਰਕੇ ਭਰੂਣ ਬਣਾਇਆ ਜਾਂਦਾ ਹੈ। 3 ਜਾਂ 5 ਦਿਨ ਤੋਂ ਬਾਅਦ ਉਹ ਭਰੂਣ ਨੂੰ ਮਹਿਲਾ ਦੇ ਯੂਟਰਸ 'ਚ ਟ੍ਰਾਂਸਫਰ ਕੀਤਾ ਜਾਂਦਾ ਹੈ ਜੋ ਕਿ ਇੱਕ ਪੇਨਲੈਸ ਪ੍ਰੋਸੀਜਰ ਹੈ। ਨੋਵਾ IVF ਤੇ ਮੋਸਟਲੀ ਸੈਂਟਰਸ ART ਲੈਵਲ 2 ਸੈਂਟਰਸ ਹੈ। ART ਲੈਵਲ 2 ਸੈਂਟਰ ਉਹ ਹੁੰਦੇ ਆ ਜਿਨ੍ਹਾਂ ਵਿੱਚ IVF ਕਲੀਨਿਕ ਜਿੱਥੇ ਡਾਕਟਰ ਕੰਸਲਟੇਸ਼ਨ ਦਿੰਦੇ ਹੈ ਔਰ ਉਹਦੇ ਨਾਲ IVF ਲੈਬ ਹੁੰਦੀ ਹੈ। IVF ਲੈਬ ਉਹ ਪਲੇਸ ਹੈ ਜਿੱਥੇ ਐਮਬਰੀਓਜ਼ ਨੂੰ ਜਾਂ ਐਗਸ ਨੂੰ ਆਪਾਂ ਫਰੀਜ਼ ਕਰਕੇ ਰੱਖਦੇ ਹਾਂ ਜਾਂ ਫਿਰ ਆਪਾਂ ਸੀਮਨ ਨੂੰ ਫਰੀਜ਼ ਕਰਕੇ ਰੱਖਦੇ ਹਾਂ। टाइम दे नोवा IVF ਦੇ ਉੱਪਰ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਇਨਫਰਟੀਲਿਟੀ ਦੀ। ਸੋ ਬੜਾ ਹੀ ਇੰਪੋਰਟੈਂਟ ਮੁੱਦਾ ਹੈ ਇਸ ਟਾਈਮ ਦਾ ਬਿਕੋਜ਼ 6 ਦੇ ਵਿੱਚੋਂ ਜਿਹੜਾ ਇੱਕ ਕਪਲ ਹੈ ਉਹ ਇਸ ਚੀਜ਼ ਦੇ ਉੱਪਰ ਪ੍ਰਭਾਵਿਤ ਹੈ ਤੇ ਮੇਰੇ ਨਾਲ ਇਸ ਟਾਈਮ ਤੇ ਨੇ ਡਾਕਟਰ ਨਵਜੋਤ ਕੌਰ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਜਾਣਦੇ ਹਾਂ ਕਿ ਫਰਟੀਲਿਟੀ ਪ੍ਰੀਵੈਂਸ਼ਨ ਤੇ ਉਹਦੇ ਪਰਪਸ ਕੀ ਹੈ ਜੋ ਉਹਦੀ ਪ੍ਰੀਜ਼ਰਵੇਸ਼ਨ ਕੀ ਹੈ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਜਿਵੇਂ ਕਿ ਆਪਾਂ ਇਨਫਰਟੀਲਿਟੀ ਦੀ ਗੱਲ ਕਰਨ ਜਾ ਰਹੇ ਹਾਂ ਜਾਂ ਫਰਟੀਲਿਟੀ ਪ੍ਰੀਜ਼ਰਵੇਸ਼ਨ ਦੀ ਗੱਲ ਕਰਨ ਜਾ ਰਹੇ ਹਾਂ ਉਹਦਾ ਪਰਪਸ ਕੀ ਹੈ ਤੇ ਇਹਦੀ ਕਿਉਂ ਜ਼ਰੂਰਤ ਹੈ ਇਸ ਟਾਈਮ ਦੇ ਉੱਪਰ। ਫਰਟੀਲਿਟੀ ਪ੍ਰਿਜ਼ਰਵੇਸ਼ਨ ਜਿਹੜਾ ਹੈਗਾ ਹੈ ਫਰਟੀਲਿਟੀ ਪ੍ਰਿਜ਼ਰਵੇਸ਼ਨ ਮਤਲਬ ਕਿ ਐਸੀ ਇੱਕ ਤਕਨੀਕ ਦੇ ਰਾਹੀਂ ਆਪਾਂ ਕਪਲ ਨੂੰ ਇਵੇਂ ਹੈਲਪ ਕਰ ਰਹੇ ਹਾਂ ਕਪਲ ਨੂੰ ਜਾਂ ਅਨਮੈਰਿਡ ਮੁੰਡੇ ਨੂੰ ਜਾਂ ਕੁੜੀ ਨੂੰ ਆਪਾਂ ਇਸ ਤਰ੍ਹਾਂ ਹੈਲਪ ਕਰ ਰਹੇ ਹਾਂ ਕਿ ਉਹ ਫਿਊਚਰ 'ਚ ਆਪਣੀ ਖੁਦ ਦੀ ਸੰਤਾਨ ਪੈਦਾ ਕਰ ਸਕਣ। ਫਰਟੀਲਿਟੀ ਪ੍ਰਿਜ਼ਰਵੇਸ਼ਨ ਆਦਮੀਆਂ ਲਈ ਵੀ ਹੁੰਦੀ ਹੈ ਔਰ ਮਹਿਲਾਵਾਂ ਲਈ ਵੀ ਹੁੰਦੀ ਹੈ। ਜਿਹੜੇ ਆਦਮੀ ਜਿਨ੍ਹਾਂ ਨੂੰ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਜਾਂ ਫਿਰ ਟੈਸਟੀਕਲਸ ਗੋਲੀਆਂ ਦੀ ਸਰਜਰੀ ਉਹਨਾਂ ਨੂੰ ਕਰਾਉਣੀ ਪੈਂਦੀ ਹੈ ਐਸੇ ਜਿਹੜੇ ਪੇਸ਼ੈਂਟਸ ਹੈਗੇ ਹੈ ਉਹ ਸੀਮਨ ਫਰੀਜ਼ਿੰਗ ਕਰਾ ਸਕਦੇ ਹੈ। ਔਰ ਮਹਿਲਾਵਾਂ ਦੀ ਜੇ ਗੱਲ ਕਰੀਏ ਜੇ ਉਹਨਾਂ ਨੂੰ ਕੈਂਸਰ ਦੇ ਟ੍ਰੀਟਮੈਂਟ ਲਈ ਰੇਡੀਓਥੈਰੇਪੀ ਜਾਂ ਕੀਮੋਥੈਰੇਪੀ ਲੈਣੀ ਪੈ ਰਹੀ ਹੈ ਜਾਂ ਓਵਰੀਜ਼ ਦੀ ਸਰਜਰੀ ਹੋਣੀ ਹੈ ਐਸੀ ਮਹਿਲਾਵਾਂ ਵੀ ਫਰਟੀਲਿਟੀ ਪ੍ਰਿਜ਼ਰਵੇਸ਼ਨ ਲਈ ਕੈਂਡੀਡੇਟਸ ਹੈਗੇ ਹੈ। ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਫਰੀਜ਼ਿੰਗ ਦੀ ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹਾਂਗੇ ਕਿ ਜਿਹੜੀ ਇਹ ਵਾਲੀ ਚੀਜ਼ ਹੈ ਜਿਵੇਂ ਕਿ ਇਨਫਰਟੀਲਿਟੀ ਵਾਲੀ ਕਿਉਂ ਇਹ ਵਾਲੀ ਮੀਨਸ ਕਿ ਕਹਿ ਸਕਦੇ ਹੋ ਕਮੀ ਹੈ ਜਾਂ ਸਾਡੇ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਕਿਉਂ ਹੋਈ ਹੈ ਮੀਨਸ ਕਿ ਜਾਂ ਇਹਦੀ ਜਿਹੜੀ ਲੈਵਲ ਹੈ ਉਹ ਵੱਧਦਾ ਜਾ ਰਿਹਾ ਦਿਨ ਬ ਦਿਨ ਉਹ ਕਿਉਂ ਵੱਧਦਾ ਜਾ ਰਿਹਾ। ਇਨਫਰਟੀਲਿਟੀ ਦੇ ਵਧਣ ਦਾ ਕਾਰਨ ਸਭ ਤੋਂ ਵੱਡਾ ਕਾਰਨ ਹੈਗਾ ਉਹ ਹੈਗਾ ਸਾਡੇ ਖਾਣ ਪਾਣ 'ਚ ਚੇਂਜਿਸ। ਅੱਜ ਕੱਲ੍ਹ ਹਰ ਫੂਡ 'ਚ ਜੋ ਵੀ ਤੁਸੀਂ ਮਾਰਕੀਟ ਤੋਂ ਪਰਚੇਜ਼ ਕਰਦੇ ਹੋ ਇਵਨ ਫਾਰਮਸ ਤੋਂ ਪਰਚੇਜ਼ ਕਰਦੇ ਹੋ ਹਰ ਕਿਸੇ ਵਿੱਚ ਟੌਕਸਿਨਸ ਦਾ ਲੈਵਲ ਇੰਨਾ ਜ਼ਿਆਦਾ ਹੈਗਾ ਉਹਦੇ ਨਾਲ ਬੋਡੀ ਦੇ ਹਰ ਇੱਕ ਸੈੱਲ 'ਤੇ ਇਫੈਕਟ ਪੈ ਰਿਹਾ ਹੈ। ਉਹ ਹਰ ਇੱਕ ਸੈੱਲ ਦੇ ਅੰਦਰ ਸਾਡੇ ਜਿਹੜੇ ਗੋਨੈਡਸ ਹੈਗੇ ਹੈ ਸਪਰਮ ਜਾਂ ਐਗ ਉਹਨਾਂ 'ਤੇ ਵੀ ਬਹੁਤ ਨੈਗੇਟਿਵ ਇਫੈਕਟ ਪੈ ਰਿਹਾ ਇਸ ਕਰਕੇ ਉਹਨਾਂ ਦਾ ਨੰਬਰ ਬਹੁਤ ਘੱਟ ਹੋ ਰਿਹਾ ਔਰ ਜੋ ਇੱਕ ਸੋਸ਼ਲ ਰੀਜ਼ਨ ਹੈਗਾ ਇਨਫਰਟੀਲਿਟੀ ਦਾ ਉਹ ਇਹ ਵੀ ਹੈਗਾ ਕਿ ਅੱਜ ਕੱਲ੍ਹ ਮਹਿਲਾਵਾਂ ਦੀ ਜਾਂ ਪੁਰਸ਼ਾਂ ਦੀ ਉਮਰ ਕਾफ़ी ज़्यादा लगभग 30 ਸਾਲ ਤੋਂ ਪਲਸ ਹੀ ਜਾ ਕੇ ਉਹ ਵਿਆਹ ਕਰਦੇ ਹੈ ਔਰ ਮਹਿਲਾਵਾਂ ਦੀ ਇੱਕ ਬਾਇਓਲੌਜੀਕਲ ਕਲੌਕ ਹੁੰਦੀ ਹੈ ਤੇ ਜੇ ਉਹ ਬਾਇਓਲੌਜੀਕਲ ਕਲੌਕ ਟਿਕਲਿੰਗ ਕਰਨ ਲੱਗ ਗਈ ਹੈ ਜਿਵੇਂ 35 ਸਾਲ ਤੋਂ ਬਾਅਦ ਉਹਨਾਂ ਦੇ ਅੰਡਿਆਂ ਦੀ ਮਾਤਰਾ ਔਰ ਕੁਆਲਿਟੀ ਕਾफ़ੀ ਘੱਟ ਹੋਣ ਲੱਗ ਜਾਂਦੀ ਹੈ ਤੇ ਇਸ ਕਰਕੇ ਫਿਰ ਉਹਨਾਂ ਨੂੰ ਪ੍ਰੈਗਨੈਂਸੀ ਕਰਨ 'ਚ ਦਿੱਕਤ ਆਉਂਦੀ ਹੈ। ਅੱਛਾ ਡਾਕਟਰ ਸਾਹਿਬ ਕਈ ਜਣੇ ਬਹੁਤ ਡਰਦੇ ਵੀ ਹੈ ਕਿ ਜਿਵੇਂ ਕਿ ਅਸੀਂ ਕਹਿ ਸਕਦੇ ਹੋ ਕਿ ਅਸੀਂ IVF ਕਿਵੇਂ ਕਰਵਾਈਏ ਜਾਂ ਇਹ ਕਹਿ ਸਕਦੇ ਕਿ ਨੈਚੁਰਲ ਫਾਰਮ ਦੇ ਵਿੱਚ ਹੋਣਾ ਚਾਹੀਦਾ ਸਾਡਾ ਬੇਬੀ ਜਾਂ ਇਹ ਕਹਿ ਸਕਦੇ ਹੋ ਕਿ ਬੜੇ ਲੰਬੇ ਸਾਲ ਤੋਂ ਵੇਟ ਵੀ ਕਰ ਰਿਹਾ ਲੇਕਿਨ ਉਹ ਡਰਦੇ ਵੀ ਹੈ ਤੇ ਉਹਨਾਂ ਲਈ ਤੁਸੀਂ ਕਿਵੇਂ ਫਿਰ ਵਰਕ ਕਰਦੇ ਹੋ। ਜੀ ਆਪਾਂ IVF ਦੀ ਗੱਲ ਕਰੀਏ
ਜਿਹੜੇ ਕਪਲਸ ਪ੍ਰਾਕ੍ਰਿਤਿਕ ਤਰੀਕੇ ਨਾਲ ਪ੍ਰੈਗਨੈਂਸੀ ਨਹੀਂ ਕਰ ਪਾ ਰਹੇ, ਉਹਨਾਂ ਨੂੰ ਕਾਫੀ ਸਾਲ ਹੋ ਗਏ ਹੈ, 9 ਸਾਲ 10 ਸਾਲ ਜਾਂ ਉਸ ਤੋਂ ਜ਼ਿਆਦਾ ਸਾਲ, ਜਾਂ ਉਹਨਾਂ ਵਿੱਚ ਐਸੇ ਨੋਨ ਫੈਕਟਰ ਪਾਏ ਗਏ ਹੈ ਜਿਵੇਂ ਸਪਰਮ ਦੀ ਕਮੀ ਜਾਂ ਫਿਰ ਸੈਕਸ਼ੂਅਲ ਇੰਟਰਕੋਰਸ ਕਰਨ 'ਚ ਪ੍ਰੋਬਲਮ, ਜਾਂ ਮਹਿਲਾਵਾਂ 'ਚ ਐਗ ਦੀ ਕੁਆਲਿਟੀ ਪ੍ਰਭਾਵਿਤ ਹੋਣਾ, ਜਾਂ ਫਿਰ ਟਿਊਬ 'ਚ ਕੋਈ ਪ੍ਰੋਬਲਮ ਹੈ, ਉਹਦੇ 'ਚ ਯੂਟਰਸ 'ਚ ਕੋਈ ਪ੍ਰੋਬਲਮ ਹੈ। ਐਸੀ ਮਹਿਲਾਵਾਂ ਲਈ IVF ਇਜ਼ ਅ ਬੂਨ। IVF ਮਤਲਬ ਕਿ ਟੈਸਟ ਟਿਊਬ ਬੇਬੀ। ਟੈਸਟ ਟਿਊਬ ਬੇਬੀ 'ਚ ਮਹਿਲਾ ਨੂੰ ਇੰਜੈਕਸ਼ਨ ਦੇ ਕੇ ਉਹਨਾਂ ਦੇ ਐਗਸ ਨੂੰ ਵੱਡਾ ਕੀਤਾ ਜਾਂਦਾ ਹੈ। ਉਹ ਐਗਸ ਨੂੰ ਫਿਰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ, ਜੋ ਕਿ ਜਨਰਲ ਐਨਸਥੀਸ਼ੀਆ ਪੂਰੀ ਬੇਹੋਸ਼ੀ ਦੇ ਅੰਡਰ ਕੱਢਿਆ ਜਾਂਦਾ ਹੈ। ਕੋਈ ਚੀਰਾ ਟਾਂਕਾ ਇਹਦੇ 'ਚ ਨਹੀਂ ਲੱਗਦਾ, ਔਰ ਉਨ ਐਗਸ ਨੂੰ ਹਸਬੈਂਡ ਦੇ ਸਪਰਮ ਦੇ ਨਾਲ ਮਿਲਾ ਕੇ ਇਕਸੀ ਕਰਕੇ ਭਰੂਣ ਬਣਾਇਆ ਜਾਂਦਾ ਹੈ। 3 ਜਾਂ 5 ਦਿਨ ਤੋਂ ਬਾਅਦ ਉਹ ਭਰੂਣ ਨੂੰ ਮਹਿਲਾ ਦੇ ਯੂਟਰਸ 'ਚ ਟ੍ਰਾਂਸਫਰ ਕੀਤਾ ਜਾਂਦਾ ਹੈ, ਜੋ ਕਿ ਇੱਕ ਪੇਨਲੈਸ ਪ੍ਰੋਸੀਜਰ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ IVF ਬਾਰੇ ਅਸੀਂ ਜੇ ਗੱਲ ਕਰਾਂਗੇ ਤੇ ਉਸ ਬਾਰੇ ਹੀ ਤਾਂ ਹੀ ਇਹ ਭ੍ਰਾਂਤੀ ਨਿਕਲ ਸਕਦੀ ਹੈ ਮਨ 'ਚੋਂ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਫਰਟੀਲਿਟੀ ਪ੍ਰੀਜ਼ਰਵੇਸ਼ਨ ਦੀ, ਅਸੀਂ ਕਿੰਨੇ ਟਾਈਮ ਤੱਕ ਐਗਸ ਨੂੰ ਸਟੋਰ ਕਰ ਸਕਦੇ ਹਾਂ, ਜਾਂ ਕਹਿ ਸਕਦੇ ਹੋ ਕਿ ਕਿੰਨਾ ਕੁ ਟਾਈਮ ਤੱਕ ਜਿਹੜੀ ਉਹਦੀ ਪ੍ਰੀਜ਼ਰਵੇਸ਼ਨ ਹੈ ਤੇ ਕਿੰਨੇ ਟਾਈਮ ਤੱਕ ਉਹ ਵਰਕ ਕਰਦੀ ਹੈ? ਮਹਿਲਾ ਦੇ ਜੇ ਆਪਾਂ ਐਗ ਫਰੀਜ਼ਿੰਗ ਦੀ ਜਾਂ ਐਮਬ੍ਰਿਓ ਫਰੀਜ਼ਿੰਗ ਦੀ ਗੱਲ ਕਰੀਏ, ਪਹਿਲਾਂ ਆਪਾਂ ਗੱਲ ਕਰਨਾ ਚਾਹਾਂਗੇ ਕਿ ਐਗ ਫਰੀਜ਼ਿੰਗ ਕੌਣ ਕਰਾਉਂਦੇ ਹੈ ਔਰ ਐਮਬ੍ਰਿਓ ਫਰੀਜ਼ਿੰਗ ਕੌਣ ਕਰਾਉਂਦੇ ਹੈ। ਐਗ ਫਰੀਜ਼ਿੰਗ ਮਤਲਬ ਕਿ ਉਹਨਾਂ ਨੇ ਆਪਣੇ ਐਗਸ ਨੂੰ ਫਰੀਜ਼ ਕਰਾਉਣਾ ਹੈ। ਜਿਹੜੀ ਮਹਿਲਾਵਾਂ ਜਿਨ੍ਹਾਂ ਨੂੰ ਮਿਨਾਰਕੀ ਮਤਲਬ ਕਿ ਮੈਂਸਟਰਲ ਸਾਈਕਲ ਆਉਂਦੀ ਹੈ, ਉਹਨਾਂ ਦੀ ਸ਼ੁਰੂ ਹੋ ਗਈ ਹੈ, ਦੇ ਆਰ ਇਨ ਅ ਰਿਪਰੋਡਕਟਿਵ ਏਜ ਗਰੁੱਪ, ਐਸੀ ਮਹਿਲਾਵਾਂ ਨੂੰ ਜੇ ਉਹ ਆਪਣੀ ਚਾਈਲਡ ਬੀਅਰਿੰਗ ਡਿਲੇ ਕਰਨਾ ਚਾਹੁੰਦੇ ਹੈ, ਬੱਚਾ ਲੇਟ ਕਰਨਾ ਚਾਹੁੰਦੇ ਹੈ, ਮੈਰਿਜ ਲੇਟ ਕਰਨਾ ਚਾਹੁੰਦੇ ਹੈ, ਹਾਲੇ ਤੱਕ ਉਹਨਾਂ ਨੂੰ ਕੋਈ ਲਾਈਫ ਪਾਰਟਨਰ ਨਹੀਂ ਮਿਲਿਆ, ਅਤੇ ਉਹ ਆਪਣੇ ਐਗਸ ਨੂੰ IVF ਦੀ ਤਕਨੀਕ ਦੇ ਰਾਹੀਂ, ਮਤਲਬ ਇੰਜੈਕਸ਼ਨ ਲੈ ਕੇ ਐਗਸ ਨੂੰ ਵੱਡਾ ਕਰਕੇ ਉਹ ਐਗਸ ਨੂੰ ਸਰੀਰ ਤੋਂ ਬਾਹਰ ਕੱਢ ਕੇ, ਜੋ ਮੈਂ ਪ੍ਰੋਸੀਜਰ ਹੁਣੇ ਐਕਸਪਲੇਨ ਕੀਤਾ ਹੈ, ਉਸੇ ਰਾਹੀਂ ਹੀ ਉਹ ਆਪਣੇ ਐਗਸ ਦੀ ਫਰੀਜ਼ਿੰਗ ਕਰਾ ਸਕਦੇ ਹੈ। ਇਹ ਹੁੰਦੇ ਐਗ ਫਰੀਜ਼ਿੰਗ। ਅਤੇ ਜਿਹੜੇ ਕਪਲਸ ਹੈਗੇ ਹੈ ਜਾਂ ਜਿਨ੍ਹਾਂ ਕੋਲ ਪਾਰਟਨਰ ਹੈਗਾ, ਦੇ ਹੈਵ ਅ ਪਾਰਟਨਰ ਹੂ ਕੈਨ ਗਿਵ ਅ ਸਪਰਮ ਫॉर them, ਉਹ ਕਪਲਸ ਲਈ ਆਪਾਂ ਉਹਨਾਂ ਲਈ ਐਮਬ੍ਰਿਓ ਫਰੀਜ਼ਿੰਗ ਕਰਦੇ ਹਾਂ, ਜਿਹਦੇ 'ਚ ਹੀ ਇਹ ਸੇਮ ਪ੍ਰਕਿਰਿਆ ਨੂੰ ਹੀ ਐਗ ਨੂੰ ਆਪਾਂ ਸਰੀਰ ਤੋਂ ਬਾਹਰ ਕੱਢ ਕੇ ਹਸਬੈਂਡ ਦੇ ਸਪਰਮ ਦੇ ਨਾਲ ਉਹਦੇ ਨਾਲ ਆਪਾਂ ਐਮਬ੍ਰਿਓ ਬਣਾ ਕੇ ਐਮਬ੍ਰਿਓ ਫਰੀਜ਼ ਕਰਦੇ ਹਾਂ। ਇਹ ਐਮਬ੍ਰਿਓ ਜਾਂ ਐਗ ਆਪਾਂ ਲਗਭਗ 10 ਸਾਲਾਂ ਤੱਕ ਫਰੀਜ਼ ਕਰ ਸਕਦੇ ਹਾਂ, ਪੇਸ਼ੈਂਟ ਦੀ ਜਾਂ ਫਿਰ ਕਪਲ ਦੀ ਕੰਸੈਂਟ ਦੇ ਨਾਲ। ਅੱਛਾ ਡਾਕਟਰ ਸਾਹਿਬ, ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਇੰਡੀਆ ਦੇ ਵਿੱਚ ਕਿੰਨੇ ਕੁ ਇਹੋ ਜਿਹੇ ਕੇਸਿਸ ਨੇ ਜਿਹੜੇ ਮੇਲ ਜਾਂ ਫੀਮੇਲ ਦੇ ਵਿੱਚ ਪਾਏ ਜਾਂਦੇ ਨੇ, ਜਿਵੇਂ ਕਿ ਜ਼ਿਆਦਾ ਮੇਲਸ ਵਿੱਚ ਪਾਏ ਜਾਂਦੇ ਨੇ ਕਿ ਫੀਮੇਲ ਦੇ ਵਿੱਚ ਪਾਏ ਜਾਂਦੇ ਨੇ? ਜੇ ਆਪਾਂ ਇਨਫਰਟੀਲਿਟੀ ਦੀ ਗੱਲ ਕਰੀਏ, ਇਨਫਰਟੀਲਿਟੀ ਲਈ 30% ਕੇਸਿਸ ਐਸੇ ਹੁੰਦੇ ਆ ਜਿਨ੍ਹਾਂ 'ਚ ਮਹਿਲਾਵਾਂ ਵਾਲਾ ਫੈਕਟਰ ਹੁੰਦਾ ਹੈ ਕਿ ਮਹਿਲਾ ਦੇ ਵਿੱਚ ਕੋਈ ਦਿੱਕਤ ਹੈ, ਟਿਊਬ 'ਚ ਕੋਈ ਦਿੱਕਤ ਹੈ, ਯੂਟਰਸ 'ਚ ਕੋਈ ਦਿੱਕਤ ਹੈ, ਜਾਂ ਐਗ ਕੁਆਲਿਟੀ ਜਾਂ ਐਗ ਨੰਬਰ ਘੱਟ ਹੈਗਾ। 30% ਕੇਸਿਸ 'ਚ ਮੇਲ ਫੈਕਟਰ ਹੁੰਦਾ ਹੈ, ਸਪਰਮ ਕਾਊਂਟ ਘੱਟ ਹੈਗਾ ਜਾਂ ਕੋਈ ਸੈਕਸ਼ੂਅਲ ਡਿਸਫੰਕਸ਼ਨ ਹੈਗਾ, ਇਹ ਸਾਰੇ ਰੀਜ਼ਨ ਹੁੰਦੇ ਔਰ ਬਰਾਬਰ ਦਾ ਹੈ। ਹਾਂਜੀ, 30% ਕੇਸਿਸ ਆ ਫੀਮੇਲ ਇਨਫਰਟੀਲਿਟੀ ਕੇਸਿਸ, 30% ਹੈਗੇ ਮੇਲ ਇਨਫਰਟੀਲਿਟੀ ਕੇਸਿਸ, ਔਰ 30% ਕੇਸਿਸ 'ਚ ਮੇਲ ਔਰ ਫੀਮੇਲ ਦੋਨੋਂ ਫੈਕਟਰਸ ਕੰਬਾਈਨ ਹੁੰਦੇ ਆ ਉਸ ਜੋੜੇ 'ਚ, ਕਿ ਦੋਨਾਂ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ, ਇਸ ਕਰਕੇ ਬੱਚਾ ਨਹੀਂ ਹੋ ਪਾ ਰਿਹਾ। ਐਂਡ 10% ਆਫ ਦ ਕੇਸਿਸ, ਰਿਮੇਨਿੰਗ 10% ਆਫ ਦ ਕੇਸਿਸ ਆਰ ਕਾਲਡ ਅਨਐਕਸਪਲੇਨਡ ਇਨਫਰਟੀਲਿਟੀ, ਜਿਨ੍ਹਾਂ ਵਿੱਚ ਕੋਈ ਕਾਰਨ ਨਹੀਂ ਪਤਾ ਚੱਲਦਾ। ਔਰ ਅਨਐਕਸਪਲੇਨਡ ਇਨਫਰਟੀਲਿਟੀ ਲਈ ਜਿਨ ਕਪਲਸ 'ਚ ਕੋਈ ਕਾਰਨ ਹੀ ਨਹੀਂ ਪਤਾ ਚੱਲ ਰਿਹਾ, 9 ਸਾਲ 10 ਸਾਲ ਤੋਂ ਟੈਸਟ ਕਰਾ ਰਹੇ ਹੈ ਪਰ ਪ੍ਰੈਗਨੈਂਸੀ 'ਚ ਪਤਾ ਨਹੀਂ ਚੱਲ ਰਿਹਾ ਕਿ ਬੱਚਾ ਕਿਉਂ ਨਹੀਂ ਹੋ ਰਿਹਾ, ਐਸੇ ਕਪਲਸ ਲਈ IVF ਇਜ਼ ਦਾ ਆਨਸਰ ਅਨਐਕਸਪਲੇਨਡ ਇਨਫਰਟੀਲਿਟੀ 'ਚ। ਅੱਛਾ ਡਾਕਟਰ ਸਾਹਿਬ, ਤੁਸੀਂ ਹੁਣੇ ਗੱਲ ਕੀਤੀ ਸੀ ਕਿ ਏਜ ਦੀ ਇੱਕ ਪ੍ਰੋਬਲਮ ਹੈ, ਕਿ ਜ਼ਿਆਦਾਤਰ ਕੇਸਿਸ ਇਹੋ ਹੀ ਆ ਰਹੇ ਨੇ ਕਿ ਤੁਹਾਡੀ ਏਜ ਵੱਧ ਚੁੱਕੀ ਹੈ, ਤੁਸੀਂ 35 ਪਲੱਸ ਹੋ ਗਏ ਹੋ ਜਾਂ 40 ਪਲੱਸ ਹੋ ਗਏ, ਇਸ ਕਰਕੇ ਤੁਹਾਡੇ ਘਰ ਬੇਬੀ ਨਹੀਂ ਹੋ ਰਿਹਾ, ਜਾਂ ਇਸ ਤੋਂ ਪਹਿਲਾਂ ਵੀ ਮੀਨਸ ਕਿ ਯੂਥ ਵਿੱਚ ਵੀ ਕੀ ਇਹੋ ਜਿਹੇ ਕੇਸਿਸ ਹੈ? ਹਾਂਜੀ, ਦੇਖ ਜੋ ਏਜ ਹੈ, ਏਜ ਬੇਸਿਕਲੀ ਜੋ ਇਫੈਕਟ ਕਰਦੀ ਹੈ ਫੀਮੇਲ ਦੀ ਐਗਸ ਨੂੰ ਇਫੈਕਟ ਕਰਦੀ ਹੈ। ਐਗਸ ਦਾ ਨੰਬਰ ਔਰ ਕੁਆਂਟਿਟੀ ਘੱਟ ਹੋ ਜਾਂਦੀ, ਮਾਤਰਾ ਔਰ ਕੁਆਲਿਟੀ ਦੋਨੋਂ ਘੱਟ ਹੋ ਜਾਂਦੀ ਹੈ। ਅਤੇ ਜਿਹੜੇ ਇਹ ਓਵੇਰੀਅਨ ਫੈਕਟਰਸ ਹੁੰਦੇ ਹੈ ਕਿ ਓਵਰੀ ਦੇ ਅੰਦਰ ਐਗ ਰਿਜ਼ਰਵ ਘੱਟ ਹੈ, ਐਸੇ ਹੁੰਦੇ ਸਾਡੇ 20 ਤੋਂ 30% ਫੈਕਟਰਸ। ਜਿਹੜਾ ਮੋਸਟ ਆਫ ਦਾ ਕੇਸਿਸ ਆਫ ਇਨਫਰਟੀਲਿਟੀ ਹੈਗੇ ਹੈ, ਉਹ ਹੈਗੇ ਹੈ ਸਾਡੇ ਟਿਊਬਲ ਫੈਕਟਰਸ, 20 to 40% ਟਿਊਬਲ ਫੈਕਟਰਸ, ਕਿ ਟਿਊਬਾਂ ਦੇ ਅੰਦਰ ਬਲੋਕੇਜ ਹੈਗੀ ਹੈ, ਟਿਊਬਾਂ ਕੰਮ ਨਹੀਂ ਕਰ ਰਹੀਆਂ ਜਾਂ ਟਿਊਬਾਂ ਐਬਸੈਂਟ ਹੈਗੀਆਂ। ਔਰ ਕੁਝ ਪਰਸੈਂਟ 10 to 15% ਸਾਡੇ ਜਿਹੜੇ ਹੁੰਦੇ ਹੈ ਯੂਟਰਾਈਨ ਫੈਕਟਰਸ ਹੁੰਦੇ ਕਿ ਯੂਟਰਸ ਬੱਚੇਦਾਨੀ 'ਚ ਹੀ ਪ੍ਰੋਬਲਮ ਹੈਗੀ ਹੈ। ਔਰ ਬਾਕੀ ਰੈਸਟ 2 to 5% ਜਿਹੜੇ ਕਾਜ਼ਿਸ ਹੈਗੇ ਹੈ ਉਹ ਹੈਗੇ ਸਰਵਿਕਸ, ਬੱਚੇਦਾਨੀ ਦੇ ਮੂੰਹ 'ਚ ਕੋਈ ਪ੍ਰੋਬਲਮ ਹੈ।
ਤੇ ਇਹ ਮੋਸਟਲੀ ਜਿਹੜੇ ਇਹ 'ਚ ਇਨਫਰਟੀਲਿਟੀ ਦੇ ਸਭ ਤੋਂ ਜ਼ਿਆਦਾ ਕਾਰਨ ਹੁੰਦੇ ਉਹ ਟਿਊਬਲ ਫੈਕਟਰਸ ਹੁੰਦੇ ਆ। ਅਸੀਂ ਇੱਕ ਗੱਲ ਕਰ ਰਹੇ ਹਾਂ ਕਿ ਪ੍ਰੀਜ਼ਰਵੇਸ਼ਨ ਦੀ। ਸੋ ਨੋਵਾ IVF ਦੇ ਵਿੱਚ ਕੋਈ ਲੈਬ ਹੈ ਇਸ ਤਰ੍ਹਾਂ ਦੀ ਕਿ ਜਿਸ ਸਟੋਰੇਜ ਹੁੰਦੀ ਹੈ, ਜਾਂ ਫਿਰ ਇਹਨੂੰ ਕਿਸੇ ਅਲੱਗ ਜਗ੍ਹਾ ਦੇ ਉੱਪਰ ਸਟੋਰ ਕੀਤਾ ਜਾਂਦਾ ਹੈ? ਨੋਵਾ IVF ਤੇ ਮੋਸਟਲੀ ਸੈਂਟਰਸ ART ਲੈਵਲ 2 ਸੈਂਟਰਸ ਹੈ। ART ਲੈਵਲ 2 ਸੈਂਟਰ ਉਹ ਹੁੰਦੇ ਆ ਜਿਨ੍ਹਾਂ ਵਿੱਚ IVF ਕਲੀਨਿਕ ਜਿੱਥੇ ਡਾਕਟਰ ਕੰਸਲਟੇਸ਼ਨ ਦਿੰਦੇ ਹੈ ਔਰ ਉਹਦੇ ਨਾਲ IVF ਲੈਬ ਹੁੰਦੀ ਹੈ। IVF ਲੈਬ ਉਹ ਪਲੇਸ ਹੈ ਜਿੱਥੇ ਐਮਬ੍ਰਿਓਜ਼ ਨੂੰ ਜਾਂ ਐਗਸ ਨੂੰ ਆਪਾਂ ਫਰੀਜ਼ ਕਰਕੇ ਰੱਖਦੇ ਹਾਂ ਜਾਂ ਫਿਰ ਆਪਾਂ ਸੀਮਨ ਨੂੰ ਫਰੀਜ਼ ਕਰਕੇ ਰੱਖਦੇ ਹਾਂ, ਤੇ ਇਹ ਪ੍ਰੀਮਿਸਿਸ ਦੇ ਵਿੱਚ ਹੀ ਹੁੰਦੀ ਹੈ। ਨੋਵਾ IVF ਦੇ ਪ੍ਰੀਮਿਸਿਸ ਦੇ ਵਿੱਚ ਹੀ ਹੈਗੀ ਹੈ। ਇਹ ਫੁੱਲ ਟਾਈਮ ਐਮਬ੍ਰਿਓਲੋਜਿਸਟ ਹੁੰਦੇ ਹੈ ਜੋ ਕਿ ਐਗ ਫਰੀਜ਼ਿੰਗ ਨੂੰ ਜਾਂ ਐਮਬ੍ਰਿਓ ਫਰੀਜ਼ਿੰਗ ਨੂੰ ਓਵਰ ਦਾ ਟਾਈਮ ਮੋਨੀਟਰ ਕਰਦੇ ਆ। ਮੈਂ ਚਾਹਾਂਗੀ ਕਿ ਤੁਸੀਂ ਆਡੀਅנס ਨੂੰ ਜਾਂ ਜੋ ਲੋਕ ਚਾਹੁੰਦੇ ਨੇ ਕਿ ਉਹ IVF ਦੇ ਥਰੂ ਜਾਂ ਆਪਣੀ ਪ੍ਰੀਜ਼ਰਵੇਸ਼ਨ ਕਰਾ ਸਕਣ, ਸਕੇ ਫਰਟੀਲਿਟੀ ਪ੍ਰੀਜ਼ਰਵੇਸ਼ਨ ਕਰਾ ਸਕਣ, ਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ? ਮੈਂ ਇਸ 'ਚ ਇਹੀ ਕਹਿਣਾ ਚਾਹਾਂਗੀ ਕਿ ਇਹ ਫਰਟੀਲਿਟੀ ਪ੍ਰੀਜ਼ਰਵੇਸ਼ਨ ਕਿ ਕਿਸ ਤਰ੍ਹਾਂ ਆਪਾਂ ਅੰਡੇ ਨੂੰ ਜਾਂ ਭਰੂਣ ਨੂੰ ਜਾਂ ਫਿਰ ਸਪਰਮ ਨੂੰ ਫਰੀਜ਼ ਕਰ ਸਕਦੇ ਹਾਂ, ਇਸ ਚੀਜ਼ ਬਾਰੇ ਮੋਸਟਲੀ ਲੋਕਾਂ ਨੂੰ ਨੌਲੇਜ ਨਹੀਂ ਹੈਗੀ ਜਾਂ ਬਹੁਤ ਹੀ ਘਬਰਾਉਂਦੇ ਹੈ ਪੇਸ਼ੈਂਟ IVF ਸੈਂਟਰ 'ਤੇ ਆਉਣ ਲਈ। ਪਰ ਜਿਹੜੇ ਕਪਲਸ ਜਾਂ ਜਿਹੜੇ ਪੇਸ਼ੈਂਟਸ ਹੈਗੇ ਹੈ ਜਿਨ੍ਹਾਂ ਨੇ ਅਜੇ ਕੀਮੋਥੈਰੇਪੀ ਲੈਣੀ ਹੈ, ਰੇਡੀਓਥੈਰੇਪੀ ਲੈਣੀ ਹੈ ਜਾਂ ਉਹਨਾਂ ਦੀ ਸਰਜਰੀ ਹੋਣੀ ਹੈ ਓਵਰੀਜ਼ ਦੀ ਜਾਂ ਇਹਦੀ ਟੈਸਟੀਕਲਸ ਦੀ, ਐਸੇ ਪੇਸ਼ੈਂਟਸ ਨੂੰ IVF ਕੰਸਲਟੈਂਟ ਨਾਲ ਮਿਲ ਕੇ ਇੱਕ ਵਾਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਕਿਉਂਕਿ ਜਦੋਂ ਇੱਕ ਵਾਰੀ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਸਰੀਰ ਦੇ ਉੱਤੋਂ ਨਿਕਲ ਗਈ, ਭਾਵੇਂ ਇੱਕ ਹੀ ਡੋਜ਼ ਲੱਗੀ ਹੈ, ਸਪਰਮ ਔਰ ਐਗ ਦੀ ਕੁਆਲਿਟੀ ਔਰ ਨੰਬਰ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ, ਤੇ ਐਸੇ ਪੇਸ਼ੈਂਟਸ ਯੂਜ਼ਲੀ ਫਿਰ ਅੱਗੇ ਖੁਦ ਆਪਣੇ ਅੰਡੇ ਜਾਂ ਸਪਰਮ ਨਾਲ ਪ੍ਰੈਗਨੈਂਸੀ ਹੋਣਾ ਬਹੁਤ ਡਿਫਿਕਲਟ ਹੁੰਦਾ ਹੈ। ਤੇ ਇਸ ਕਰਕੇ ਫਰਟੀਲਿਟੀ ਪ੍ਰੀਜ਼ਰਵੇਸ਼ਨ ਹੁਣ ਇੱਕ ਬਹੁਤ ਹੀ ਨੋਵਲ ਆਈਡੀਆ ਹੈ, ਪਰ ਬਹੁਤ ਸਾਰੇ ਪੇਸ਼ੈਂਟਸ ਇਹਦੇ ਗੋ ਥਰੂ ਹੋ ਰਹੇ ਹੈ ਕਿਉਂਕਿ ਕੀਮੋਥੈਰੇਪੀ ਔਰ ਰੇਡੀਓਥੈਰੇਪੀ ਦੇ ਬਾਅਦ ਵੀ ਸਰਜਰੀ ਤੋਂ ਬਾਅਦ ਪੇਸ਼ੈਂਟ ਕੋਲ ਆਲਮੋਸਟ 60 ਇਅਰਸ ਪਲੱਸ ਈਅਰਸ ਆਫ ਸਰਵਾਈਵਲ ਹੁੰਦਾ ਹੈ, ਤੇ ਉਹਦੇ 'ਚ ਪ੍ਰੈਗਨੈਂਸੀ ਵੀ ਕਰਨੀ, ਬੱਚੇ ਵੀ ਪੈਦਾ ਕਰਨੇ ਹੈ, ਬੱਚੇ ਵੀ ਪਾਲਣੇ ਹੈ, ਤਾਂ ਕਿ ਉਹਨਾਂ ਨੂੰ ਕੁਆਲਿਟੀ ਆਫ ਲਾਈਫ ਮਿਲ ਸਕੇ ਜਿਸ ਦੇ ਉਹ ਹੱਕਦਾਰ ਹੈ। ਥੈਂਕ ਯੂ ਡਾਕਟਰ ਸਾਹਿਬ। ਸੋ ਬੜਾ ਵਧੀਆ ਮੌਕਾ ਹੈ ਕਹਿ ਸਕਦੇ ਹੋ, ਜਾਂ ਇਹ ਕਹਿ ਸਕਦੇ ਹੋ ਕਿ ਜਦੋਂ ਟੈਕਨੀਕਸ ਆਉਂਦੀਆਂ ਨੇ ਜਾਂ ਇੱਕ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਨਿਊ ਟੈਕਨੀਕਸ ਆਉਂਦੀਆਂ ਤੁਸੀਂ ਅਪਡੇਟਡ ਹੁੰਦੇ, ਉਸ ਤਰ੍ਹਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਨੂੰ ਲੈ ਕੇ ਆਉਣ ਦੇ ਲਈ, ਜਾਂ ਕਹਿ ਸਕਦੇ ਹੋ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਦੀ ਆਸ ਨਹੀਂ ਹੈ ਉਹਨੂੰ ਦੁਬਾਰਾ ਲੈ ਕੇ ਆਉਣ ਦੇ ਲਈ ਤੁਸੀਂ ਨੋਵਾ IVF ਤੇ ਆ ਸਕਦੇ ਹੋ, ਤੇ ਨਾਲ ਨਾਲ ਆਪਣੀ ਲਾਈਫ ਨੂੰ ਖੁਸ਼ਹਾਲ ਬਣਾ ਸਕਦੇ ਹੋ। ਕੈਮਰਾ ਪਰਸਨ ਬਣੀ ਦੇ ਨਾਲ ਰਮਪ੍ਰੀਤ ਕੌਰ, PDC ਨਿਊਜ਼ ਚੰਡੀਗੜ੍ਹ।